हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਸੈਕਸ਼ਨ ਏ ਦਾ 10ਵਾਂ ਐਸੇ ਗਦਰੀ ਬਾਬਾਜ਼ ਇਨ ਕਾਲਾਪਾਣੀ ਜੇਲ੍ਹ, ਜਿਸ ਨੂੰ ਕਿ ਡਾਕਟਰ ਹਰੀਸ਼ ਕੇ ਪੁਰੀ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੇ ਐਂਡ ਵਿੱਚ ਦਿੱਤੇ ਹੋਏ ਸ਼ਾਰਟ ਕੁਐਸਚਨ ਆਨਸਰਸ ਕਵਰ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਚੈਪਟਰ ਦੇ ਬਣਾਏ ਹੋਏ ਪਹਿਲੇ 2 ਵੀਡੀਓਜ਼ ਦੇ ਵਿੱਚ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਪੰਜਾਬੀ ਦੇ ਵਿੱਚ ਤੁਹਾਨੂੰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਕਵਰ ਕਰਵਾਈ ਹੈ। ਐਕਸਪਲੇਨੇਸ਼ਨ ਕਰਾਉਂਦੇ ਹੋਏ ਇਸ ਚੈਪਟਰ ਦੇ ਐਂਡ ਦੇ ਵਿੱਚ ਜੋ ਤੁਹਾਡੀ ਗਲੋਸਰੀ ਦਿੱਤੀ ਹੁੰਦੀ ਹੈ, ਉਸ ਨੂੰ ਵੀ ਮੈਂ ਨਾਲੋਂ ਨਾਲ ਤੁਹਾਨੂੰ ਐਕਸਪਲੇਨ ਕੀਤਾ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਮੇਰੇ ਬਣਾਏ ਹੋਏ ਇਹਨਾਂ ਦੋਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਹੋਵੇਗਾ, ਕਿਉਂਕਿ ਜੇਕਰ ਅੱਜ ਵਾਲੇ ਤੁਸੀਂ ਸ਼ਾਰਟ ਕੁਐਸਚਨ ਆਨਸਰਸ ਸਮਝਣੇ ਹਨ ਤਾਂ ਪਹਿਲਾਂ ਤੁਹਾਨੂੰ ਚੈਪਟਰ ਦਾ ਟੈਕਸਟ ਸਮਝ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਈ ਵਾਰੀ ਬੱਚੇ ਚੈਪਟਰ ਦੇ ਟੈਕਸਟ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਬਿਲਕੁਲ ਹੀ ਚੈਪਟਰ ਨਹੀਂ ਪੜ੍ਹਦੇ, ਫਿਰ ਉਹ ਕੁਐਸਚਨ ਆਨਸਰਸ 'ਤੇ ਰੱਟਾ ਲਗਾਉਣ ਦੀ ਕੋਸ਼ਿਸ਼ ਕਰਦੇ ਨੇ। ਬੱਚਿਓ, ਰੱਟਾ ਲਗਾਉਣ ਦੀ ਪ੍ਰਵਿਰਤੀ ਵੱਲ ਨਾ ਜਾਓ। ਜੇਕਰ ਤੁਸੀਂ ਇੰਗਲਿਸ਼ ਦੇ ਕੁਐਸਚਨ ਆਨਸਰਸ ਨੂੰ ਈਜ਼ਲੀ ਯਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਦੁਆਰਾ ਬਣਾਏ ਹੋਏ ਇਹ ਦੋਨੇ ਵੀਡੀਓਜ਼ ਜ਼ਰੂਰ ਦੇਖ ਲਵੋ। ਇਹਨਾਂ ਦੋਨੇ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਇਹਨਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੂੰ ਸਮਝਣਾ ਅਤੇ ਯਾਦ ਕਰਨਾ ਬਿਲਕੁਲ ਵੀ ਔਖਾ ਨਹੀਂ ਲੱਗੇਗਾ। ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਹ ਵਾਲੇ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਉੱਤੇ ਜਾ ਕੇ ਤੁਸੀਂ ਇਸ ਚੈਪਟਰ ਦੇ ਬਣਾਏ ਹੋਏ ਕੰਪਰੀਹੈਂਸਿਵ ਐਕਸਪਲੇਨੇਸ਼ਨ ਵਾਲੇ ਵੀਡੀਓਜ਼ ਦੇਖ ਸਕਦੇ ਹੋ ਅਤੇ ਫਿਰ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ ਹੋ। ਸਟੂਡੈਂਟਸ, ਤੁਹਾਡੀ ਬੁੱਕ ਦੇ ਪੇਜ ਨੰਬਰ 93 ਦੇ ਉੱਪਰ ਇਸ ਚੈਪਟਰ ਦੇ ਐਂਡ ਦੇ ਵਿੱਚ ਕੰਪਰੀਹੈਂਸ਼ਨ ਵਾਲੇ ਐਕਸਰਸਾਈਜ਼ਸ ਦੇ ਵਿੱਚ ਪਹਿਲੇ ਕੁਐਸਚਨ ਦੇ ਵਿੱਚ 10 ਸ਼ਾਰਟ ਆਨਸਰ ਟਾਈਪ ਕੁਐਸਚਨਸ ਦਿੱਤੇ ਹੋਏ ਨੇ। ਆਪਾਂ ਇਹਨਾਂ ਦੇ ਆਨਸਰ 10 to 15 ਵਰਡਸ ਦੇ ਵਿੱਚ ਦੇਣੇ ਨੇ। ਆਲਮੋਸਟ 1 ਜਾਂ 2 ਲਾਈਨਾਂ ਬਣਦੀਆਂ ਨੇ। ਤਾਂ ਮੈਂ ਇਹਨਾਂ 10 ਕੁਐਸਚਨਸ ਦੇ ਆਨਸਰਸ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਪ੍ਰੀਪੇਅਰ ਕੀਤੇ ਨੇ। ਤਾਂ ਅੱਜ ਵਾਲੇ ਵੀਡੀਓ ਦੇ ਵਿੱਚ ਆਪਾਂ ਇਹਨਾਂ 10 ਕੁਐਸਚਨਸ ਦੇ ਆਨਸਰਸ ਨੂੰ ਡਿਸਕਸ ਕਰਨਾ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟ, ਸਾਡਾ ਪਹਿਲਾ ਸ਼ਾਰਟ ਆਨਸਰ ਟਾਈਪ ਕੁਐਸਚਨ ਹੈ ਕਿ ਲਿਸਟ ਆ ਫਿਊ ਕੀ ਮੈਂਬਰਸ ਆਫ ਦਾ ਗਦਰ ਪਾਰਟੀ। ਤਾਂ ਪੂਰਾ ਚੈਪਟਰ ਹੀ ਬੱਚਿਓ ਗਦਰ ਪਾਰਟੀ ਦੇ ਮੈਂਬਰਸ ਬਾਰੇ ਹੈ। ਚੈਪਟਰ ਦੇ ਸ਼ੁਰੂ 'ਚ ਹੀ ਸਾਨੂੰ ਪਤਾ ਲੱਗਦਾ ਹੈ ਕਿ 1913 ਈਸਵੀ ਦੇ ਵਿੱਚ ਕੁਝ ਸਾਡੇ ਇੰਡੀਅਨ ਇਮੀਗ੍ਰੈਂਟ ਸੀਗੇ, ਜਿਹੜੇ ਕਿ USA ਕੈਨੇਡਾ ਦੇ ਵਿੱਚ ਗਏ ਹੋਏ ਸੀ। ਤਾਂ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ 1914 ਅਕਤੂਬਰ ਤੋਂ ਇੱਕ ਸੰਘਰਸ਼, ਆਰਮਡ ਸਟਰਗਲ, ਜਿਸ ਨੂੰ ਆਪਾਂ ਪੜ੍ਹਿਆ ਸੀ ਚੈਪਟਰ ਦੇ ਵਿੱਚ, ਕਿ ਹਥਿਆਰਬੰਦ ਵਿਦਰੋਹ ਦੇ ਨਾਲ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਉਤਰਨ ਦਾ ਫੈਸਲਾ ਕੀਤਾ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਹੁਤ ਸਾਰੇ ਇੰਡੀਅਨ ਇਮੀਗ੍ਰੈਂਟਸ ਗਦਰ ਪਾਰਟੀ ਦੇ ਮੈਂਬਰ ਬਣੇ ਸੀ ਅਤੇ ਉਹ ਅਕਤੂਬਰ 1914 ਤੋਂ ਬਾਅਦ ਭਾਰਤ ਆਉਣੇ ਸ਼ੁਰੂ ਹੋ ਗਏ ਸੀ। ਪਰੰਤੂ 1915 ਦੇ ਵਿੱਚ ਇਹ ਵਿਦਰੋਹ ਫੇਲ ਹੋ ਗਿਆ ਸੀ ਅਤੇ ਕਾਫੀ ਸਾਰੇ ਗਦਰ ਪਾਰਟੀ ਦੇ ਮੈਂਬਰ ਫੜੇ ਗਏ ਸੀ। ਤਾਂ ਪਹਿਲਾ ਕੁਐਸਚਨ ਇਹ ਹੈ ਕਿ ਸਾਨੂੰ ਗਦਰ ਪਾਰਟੀ ਦੇ ਕੁਝ ਕੀ ਮੈਂਬਰਸ, ਮੁੱਖ ਮੈਂਬਰ, ਇੱਥੇ ਕੀ ਮੈਂਬਰ ਦਾ ਮਤਲਬ ਹੈ ਬੱਚਿਓ ਮੁੱਖ ਮੈਂਬਰ। ਇੱਥੇ ਬੱਚਿਓ ਆ ਫਿਊ ਆਇਆ, ਇਹਦਾ ਮਤਲਬ ਹੁੰਦਾ ਹੈ ਕੁਝ। ਤਾਂ ਇਹਦਾ ਆਨਸਰ ਆਪਾਂ ਦੇਵਾਂਗੇ ਬੱਚਿਓ ਕਿ ਲਾਲਾ ਹਰਦਿਆਲ, ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਐਂਡ ਵਿਸ਼ਨੂੰ ਗਣੇਸ਼ ਪਿੰਗਲੇ ਵਰ ਦਾ ਕੀ ਮੈਂਬਰਸ ਆਫ ਦਾ ਗਦਰ ਪਾਰਟੀ। ਤਾਂ ਅਸੀਂ ਕੁੱਲ 4 ਮੈਂਬਰ ਦਾ ਬੱਚਿਓ ਨਾਮ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਲਾਲਾ ਹਰਦਿਆਲ, ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਸ਼ਾਮਿਲ ਨੇ। ਤਾਂ ਇਹਨਾਂ 4 ਮੈਂਬਰਸ ਦੇ ਨਾਮ ਤੁਸੀਂ ਇਸ ਕੁਐਸਚਨ ਦੇ ਵਿੱਚ ਲਿਖ ਕੇ ਆਉਣੇ ਨੇ।
ਹਾਲਾਂਕਿ ਚੈਪਟਰ ਦੇ ਵਿੱਚ ਬਹੁਤ ਸਾਰੇ ਮੈਂਬਰ ਦਾ ਨਾਮ ਹੈ, ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਵੀ ਮੈਂਬਰ ਦਾ ਨਾਮ ਇੱਥੇ ਲਿਖ ਸਕਦੇ ਹੋ, ਪਰੰਤੂ ਇਹ 4 ਮੈਂਬਰ ਜ਼ਿਆਦਾ ਇੰਪੋਰਟੈਂਟ ਮੈਂਬਰ ਸੀ, ਇਸ ਕਰਕੇ ਅਸੀਂ ਇਹਨਾਂ ਮੈਂਬਰ ਦਾ ਨਾਮ ਇਸ ਆਨਸਰ ਦੇ ਵਿੱਚ ਇਨਕਲੂਡ ਕੀਤਾ ਹੈ। ਸੈਕਿੰਡ ਕੁਐਸਚਨ ਹੈ ਜੀ ਕਿ what was the mode of torturing brave fighters by the British government? ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜੇਲ੍ਹ ਦੇ ਵਿੱਚ ਜਦੋਂ ਗਦਰ ਪਾਰਟੀ ਦੇ ਮੈਂਬਰਾਂ ਨੂੰ ਫੜ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਅੰਗਰੇਜ਼ ਸਰਕਾਰ ਦੇ ਕਰਮਚਾਰੀ ਸੀਗੇ, ਅਫੀਸ਼ੀਅਲ ਸੀਗੇ, ਤਾਂ ਉਹਨਾਂ ਦਾ ਸਾਡੇ ਗਦਰ ਪਾਰਟੀ ਦੇ ਮੈਂਬਰਾਂ ਦੇ ਨਾਲ ਜਾਂ ਸਾਡੇ ਕ੍ਰਾਂਤੀਕਾਰੀਆਂ ਦੇ ਨਾਲ ਜਿਹੜਾ ਰਵੱਈਆ ਸੀ ਉਹ ਬਹੁਤ ਹੀ ਜ਼ਿਆਦਾ ਮਾੜਾ ਸੀ। ਤਾਂ ਕੁਐਸਚਨ ਇਹੀ ਹੈ ਕਿ ਵਾਟ ਵਾਸ ਦਾ ਮੋਡ ਆਫ ਟਾਰਚਰਿੰਗ। ਨਾਓ ਟਾਰਚਰਿੰਗ ਦਾ ਮਤਲਬ ਹੁੰਦਾ ਬੱਚਿਓ ਜਦੋਂ ਤਸੀਹੇ ਦਿੱਤੇ ਜਾਂਦੇ ਨੇ, ਟਾਰਚਰ ਦਾ ਮਤਲਬ ਹੀ ਤਸੀਹੇ ਦੇਣਾ ਹੁੰਦਾ ਹੈ। ਤਾਂ ਇਹਨਾਂ ਦਾ ਤਰੀਕਾ ਕੀ ਸੀ? ਮੋਡ ਦਾ ਮਤਲਬ ਹੈ ਜੀ ਢੰਗ। ਇਹ ਟਾਰਚਰ ਕਰਨ ਦਾ ਤਰੀਕਾ ਕੀ ਸੀ? ਕਿਹਨਾਂ ਨੂੰ? ਬਰੇਵ ਫਾਈਟਰਸ ਨੂੰ। ਇੱਥੇ ਬਰੇਵ ਫਾਈਟਰਸ ਕਿਹਨੂੰ ਕਿਹਾ ਗਿਆ ਹੈ? ਸਾਡੇ ਕ੍ਰਾਂਤੀਕਾਰੀਆਂ ਨੂੰ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ। ਅਤੇ ਇਹ ਟਾਰਚਰ ਕੌਣ ਕਰਦਾ ਸੀ? ਦਾ ਬ੍ਰਿਟਿਸ਼ ਗਵਰਨਮੈਂਟ, ਅੰਗਰੇਜ਼ ਸਰਕਾਰ। ਤਾਂ ਅੰਗਰੇਜ਼ ਸਰਕਾਰ ਸਾਡੇ ਕ੍ਰਾਂਤੀਕਾਰੀਆਂ ਨੂੰ, ਰੈਵੋਲੂਸ਼ਨਰੀਜ਼ ਨੂੰ ਕਿਸ ਤਰ੍ਹਾਂ ਟਾਰਚਰ ਕਰਦੀ ਸੀ, ਉਸ ਦਾ ਤਰੀਕਾ ਕੀ ਸੀ? ਤਾਂ ਸਟੂਡੈਂਟਸ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਬਹੁਤ ਸਾਰੇ ਰੈਵੋਲੂਸ਼ਨਰੀਜ਼ ਨੇ ਇਹ ਅਕਾਊਂਟ ਦਿੱਤੇ ਨੇ, ਇਹ ਜਾਣਕਾਰੀ ਦਿੱਤੀ ਹੈ, ਕਿਉਂਕਿ ਉਹ ਉੱਥੇ ਖੁਦ ਰਹੇ ਨੇ, ਜਿਨ੍ਹਾਂ ਦੇ ਵਿੱਚ ਬਰੀਨ ਘੋਸ਼ ਹੈ, ਵੀ ਡੀ ਸਾਵਰਕਰ ਹੈ, ਤ੍ਰਿਲੋਕੀਨਾਥ ਚੱਕਰਵਰਤੀ, ਸੋਹਣ ਸਿੰਘ ਭਕਨਾ, ਊਧਮ ਸਿੰਘ ਕਸੇਲ, ਪ੍ਰਿਥਵੀ ਸਿੰਘ ਆਜ਼ਾਦ ਅਤੇ ਵਿਸਾਖਾ ਸਿੰਘ। ਇਹਨਾਂ ਸਾਰਿਆਂ ਨੇ ਆ ਕੇ ਸਾਨੂੰ ਦੱਸਿਆ, ਕਿਉਂਕਿ ਉੱਥੇ ਇਹਨਾਂ ਨੇ ਜੇਲ੍ਹਾਂ ਕੱਟੀਆਂ ਸੀ, ਕਿ ਅੰਗਰੇਜ਼ ਸਰਕਾਰ ਸਾਨੂੰ ਬਹੁਤ ਹੀ ਮਾੜੇ ਤਰੀਕੇ ਦੇ ਨਾਲ ਟਾਰਚਰ ਕਰਦੀ ਸੀ। ਉਹਨਾਂ ਨੇ ਇਸ ਦਾ ਨਾਮ ਲਿਆ ਸੀ ਵੈਂਜਫੁਲ ਐਂਡ ਸੈਡਿਸਟਿਕ। ਤਾਂ ਅਸੀਂ ਆਨਸਰ ਦੇ ਵਿੱਚ ਬੱਚਿਓ ਇਹੀ ਲਿਖਾਂਗੇ ਕਿ the mode of torturing brave fighters by the British government was vengeful and sadistic। ਕਿ ਅੰਗਰੇਜ਼ ਸਰਕਾਰ ਦੁਆਰਾ ਕ੍ਰਾਂਤੀਕਾਰੀਆਂ ਨੂੰ ਟਾਰਚਰ ਕਰਨ ਦਾ ਤਰੀਕਾ ਵੈਂਜਫੁਲ ਸੀ ਅਤੇ ਸੈਡਿਸਟਿਕ ਸੀ। ਨਾ ਵੈਂਜਫੁਲ ਦਾ ਮਤਲਬ ਹੁੰਦਾ ਹੈ ਬੱਚਿਓ ਬਦਲਾ ਲੈਣ ਵਾਲਾ। ਜਦੋਂ ਅਸੀਂ ਕਿਸੇ ਤੋਂ ਬਦਲਾ ਲੈਂਦੇ ਹਾਂ ਤਾਂ ਅਸੀਂ ਉਸ ਨੂੰ ਰਿਵੈਂਜ ਕਹਿੰਦੇ ਹਾਂ, ਉੱਥੋਂ ਹੀ ਵੈਂਜਫੁਲ ਬਣਦਾ ਬੱਚਿਓ ਕਿ ਬਦਲਾ ਲੈਣ ਵਾਲਾ ਸੀ। ਅਤੇ ਸੈਡਿਸਟਿਕ ਸ਼ਬਦ ਨੂੰ ਮੈਂ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਚੈਪਟਰ ਸਮਝਾਉਂਦੇ ਹੋਏ ਦੱਸਿਆ ਸੀ ਕਿ ਜਦੋਂ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਨੂੰ ਤਸੀਹੇ ਦੇ ਕੇ ਬੜਾ ਖੁਸ਼ ਹੁੰਦਾ ਹੈ, ਉਹਨੂੰ ਬੜਾ ਵਧੀਆ ਲੱਗਦਾ ਹੈ ਕਿ ਮੈਂ ਉਸ ਨੂੰ ਤੰਗ ਕਰ ਰਿਹਾ, ਉਸ ਨੂੰ ਫਿਜ਼ੀਕਲੀ ਟਾਰਚਰ ਕਰ ਰਿਹਾ ਹਾਂ, ਤਾਂ ਉਸ ਨੂੰ ਸੈਡਿਸਟਿਕ ਕਿਹਾ ਜਾਂਦਾ ਹੈ। ਤਾਂ ਇਹ ਜਿਹੜਾ ਤਰੀਕਾ ਕੀ ਸੀ? ਇਹ ਵੈਂਜਫੁਲ ਸੀ ਅਤੇ ਸੈਡਿਸਟਿਕ ਸੀ। ਤਾਂ ਬੱਚਿਓ ਵੈਂਜਫੁਲ ਤੇ ਸੈਡਿਸਟਿਕ ਦੇ ਸਪੈਲਿੰਗ ਤੁਸੀਂ ਯਾਦ ਕਰਕੇ ਜ਼ਰੂਰ ਲਿਖ ਲੈਣੇ ਨੇ, ਕਿਉਂਕਿ ਮੋਡ ਪੁੱਛਿਆ ਗਿਆ ਹੈ। ਤਾਂ ਮੋਡ ਤਾਂ ਇਹੀ ਸੀ, ਟਾਰਚਰਿੰਗ ਕਰਨ ਦਾ ਮੋਡ ਕੀ ਸੀ ਜੀ? ਵੈਂਜਫੁਲ ਅਤੇ ਸੈਡਿਸਟਿਕ। They were forced to work at oil mill and whipped mercilessly in public। ਤਾਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ। ਫੋਰਸ ਦਾ ਮਤਲਬ ਮਜਬੂਰ ਕੀਤਾ ਜਾਣਾ, ਕਿ ਉਹ ਕੰਮ ਕਰਨ ਕਿੱਥੇ? ਆਇਲ ਮਿਲ ਤੇ। ਆਇਲ ਮਿਲ ਕਿਹਨੂੰ ਕਿਹਾ ਜਾਂਦਾ ਹੈ ਜੀ? ਕੋਹਲੂ ਨੂੰ। ਆਪਾਂ ਚੈਪਟਰ ਦੇ ਵਿੱਚ ਪੜ੍ਹਿਆ ਆਮ ਤੌਰ 'ਤੇ ਕੋਹਲੂ ਨੂੰ ਬੈਲ ਚਲਾਉਂਦਾ ਹੈ, ਲੇਕਿਨ ਬੈਲ ਦੀ ਥਾਂ 'ਤੇ ਇਹਨਾਂ ਤੋਂ ਇਹ ਮਿਲ ਚਲਾਈ ਜਾਂਦੀ ਸੀ ਅਤੇ ਉਸ ਮਿਲ ਨੂੰ ਚਲਾ ਕੇ, ਉਸ ਚੱਕੀ ਨੂੰ ਚਲਾ ਕੇ ਇਹਨਾਂ ਨੂੰ ਰੋਜ਼ 30 ਪਾਊਂਡ ਆਫ ਕੋਕੋਨਟ ਆਇਲ ਐਕਸਟਰੈਕਟ ਕਰਨਾ ਪੈਂਦਾ ਸੀ। ਮਤਲਬ ਕਿ ਕੋਕੋਨਟ ਤੋਂ 30 ਪਾਊਂਡ ਆਇਲ ਇਹਨਾਂ ਨੂੰ ਹਰ ਪਰਸਨ ਨੂੰ ਕੱਢਣਾ ਪੈਂਦਾ ਸੀ। ਜੇਕਰ ਕੋਈ ਰੈਵੋਲੂਸ਼ਨਰੀ 30 ਪਾਊਂਡ ਆਇਲ ਨਹੀਂ ਸੀ ਕੱਢ ਪਾਉਂਦਾ ਤਾਂ ਫਿਰ ਉਸ ਨੂੰ 30 ਚਾਬੁਕ ਮਾਰੇ ਜਾਂਦੇ ਸੀ। ਐਂਡ ਵਿਪਡ ਦਾ ਮਤਲਬ ਹੁੰਦਾ ਹੈ ਜੀ ਚਾਬੁਕ ਮਾਰਨਾ। ਮਰਸੀਲੈਸਲੀ ਦਾ ਮਤਲਬ ਬੱਚਿਓ ਨਿਰਦਈ ਤਰੀਕੇ ਨਾਲ। ਯਾਦ ਕਰੋ, ਮਰਸੀ ਸ਼ਬਦ ਤੁਸੀਂ ਜ਼ਰੂਰ ਪੜ੍ਹਿਆ ਹੋਣਾ, ਮਰਸੀ ਦਿਆ ਨੂੰ ਕਿਹਾ ਜਾਂਦਾ ਹੈ, ਲੇਕਿਨ ਮਰਸੀਲੈਸਲੀ ਦਾ ਮਤਲਬ ਨਿਰਦਈ ਢੰਗ ਨਾਲ। ਇਨ ਪਬਲਿਕ ਮਤਲਬ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਇਸ ਤਰ੍ਹਾਂ ਚਾਬੁਕ ਬੈਂਤ ਮਾਰੇ ਜਾਂਦੇ ਸੀ। ਥਰਡ ਕੁਐਸਚਨ ਹੈ ਜੀ ਕਿ ਰਾਈਟ ਦਾ ਅਦਰ 2 ਨੇਮਸ ਫॉर ਸੈਲੂਲਰ ਜੇਲ। ਕਿ ਸੈਲੂਲਰ ਜੇਲ ਦੇ ਹੋਰ 2 ਨਾਮ ਲਿਖੋ। ਤਾਂ ਬੱਚਿਓ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਜਿਹੜੀ ਸੈਲੂਲਰ ਜੇਲ ਹੈ ਇਹ ਅੰਡੇਮਾਨ ਆਈਲੈਂਡ ਦੇ ਉੱਪਰ ਸਥਿਤ ਹੈ। ਸਾਡੇ ਭਾਰਤ ਦੇ ਵਿੱਚ ਬੇ ਆਫ ਬੰਗਾਲ ਹੈ, ਬੰਗਾਲ ਦੀ ਖਾੜੀ, ਤਾਂ ਉਹਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਆਉਂਦੇ ਨੇ। ਤਾਂ ਉਸਦੇ ਅੰਡੇਮਾਨ ਵਾਲੇ ਦੀਪ ਸਮੂਹ ਦੇ ਵਿੱਚ ਪੋਰਟ ਬਲੇਅਰ ਨਾਮ ਦੇ ਸ਼ਹਿਰ ਦੇ ਵਿੱਚ ਇਹ ਜੇਲ੍ਹ ਸਥਿਤ ਹੈ। ਤਾਂ ਸਟੂਡੈਂਟਸ ਮੈਂ ਚੈਪਟਰ ਦੇ ਵਿੱਚ ਤੁਹਾਨੂੰ ਮੈਪਸ ਦੀ ਮਦਦ ਦੇ ਨਾਲ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਤਾਂ ਸਾਨੂੰ ਇਸ ਦੇ 2 ਨੇਮ ਹੋਰ ਦੱਸਣੇ ਨੇ ਕਿ ਸੈਲੂਲਰ ਜੇਲ੍ਹ ਨੂੰ ਹੋਰ ਕਿਹਨਾਂ 2 ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਦੀ ਅਦਰ 2 ਨੇਮਸ ਫॉर ਸੈਲੂਲਰ ਜੇਲ੍ਹ ਵਰ ਕਾਲਾਪਾਨੀ ਜੇਲ ਐਂਡ ਦਾ ਡੈਵਿਲਜ਼ ਆਈਲੈਂਡ। ਤਾਂ ਸੈਲੂਲਰ ਜੇਲ ਦੇ ਹੋਰ 2 ਨਾਮ ਕਾਲਾਪਾਨੀ ਜੇਲ ਅਤੇ ਦਾ ਡੈਵਿਲਜ਼ ਆਈਲੈਂਡ ਸੀ। ਨਾਓ ਕਾਲਾਪਾਨੀ ਜੇਲ ਤੁਹਾਨੂੰ ਬੱਚਿਓ ਚੈਪਟਰ ਦੇ ਵਿੱਚੋਂ ਪੜ੍ਹ ਕੇ ਪਤਾ ਹੀ ਚੱਲ ਗਿਆ ਹੋਣਾ ਕਿ ਨਾ ਤਾਂ ਉੱਥੇ ਢੰਗ ਦਾ ਮੌਸਮ ਸੀ, ਉੱਥੇ ਜੌਂਕਾਂ ਦੀ ਭਰਮਾਰ, ਮੱਛਰਾਂ ਦੀ ਭਰਮਾਰ ਅਤੇ ਬਹੁਤ ਹੀ ਭੈੜਾ ਖਾਣਾ ਮਿਲਦਾ ਸੀ।
ਤਾਂ ਇੱਕ ਤਰੀਕੇ ਦੇ ਨਾਲ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਕਿਹਾ ਜਾਂਦਾ ਸੀ, ਇਸੇ ਕਰਕੇ ਇਸ ਨੂੰ ਕਾਲਾ ਪਾਣੀ ਜੇਲ੍ਹ ਕਿਹਾ ਜਾਂਦਾ ਸੀ। ਐਂਡ ਦ ਡੈਵਿਲਜ਼ ਆਈਲੈਂਡ, ਡੈਵਿਲਜ਼ ਆਈਲੈਂਡ ਦਾ ਮਤਲਬ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਇਸ ਨੂੰ ਇੱਕ ਅਜਿਹਾ ਟਾਪੂ, ਉਹਨਾਂ ਆਈਲੈਂਡ ਦਾ ਮਤਲਬ ਹੁੰਦਾ ਬੱਚਿਓ ਟਾਪੂ, ਤੇ ਡੈਵਿਲ ਦਾ ਮਤਲਬ ਹੁੰਦਾ ਹੈ ਰਾਖਸ਼ਸ ਜਾਂ ਦੈਂਤ। ਤਾਂ ਜਿਸ ਟਾਪੂ ਦੇ ਉੱਪਰ ਰਾਖਸ਼ਸ ਰਹਿੰਦੇ ਹੋਣ, ਦੈਂਤ ਰਹਿੰਦੇ ਹੋਣ, ਤਾਂ ਉਸ ਨੂੰ ਡੈਵਿਲਜ਼ ਆਈਲੈਂਡ ਕਿਹਾ ਜਾਂਦਾ ਹੈ। ਤਾਂ ਇਹਨਾਂ ਨਾਵਾਂ ਦੇ ਨਾਲ ਸੈਲੂਲਰ ਜੇਲ੍ਹ ਨੂੰ ਕਿਹਾ ਜਾਂਦਾ ਸੀ। ਚੈਪਟਰ ਦੇ ਵਿੱਚ ਬੱਚਿਓ ਅਸੀਂ ਇਹ ਵੀ ਪੜ੍ਹਿਆ ਸੀ ਕਿ ਜਿਹੜੀ ਸੈਲੂਲਰ ਜੇਲ੍ਹ ਸੀ ਇਹ 1857 ਈਸਵੀ ਦੇ ਵਿੱਚ, ਜਿਹੜੀ ਸਾਡੀ ਆਜ਼ਾਦੀ ਦੀ ਪਹਿਲੀ ਲੜਾਈ ਜਿਹਨੂੰ ਆਪਾਂ ਕਹਿੰਦੇ ਹਾਂ, ਉਦੋਂ ਇਹ ਬਣਾਈ ਗਈ ਸੀ। ਕਿਉਂਕਿ ਉਸ ਸਮੇਂ ਉਸ ਲੜਾਈ ਦੇ ਵਿੱਚ ਜਿਹੜੇ ਸੁਤੰਤਰਤਾ ਸੰਗਰਾਮੀਆਂ ਨੇ ਭਾਗ ਲਿਆ ਸੀ ਉਹਨਾਂ ਨੂੰ ਫੜ ਕੇ ਇੱਥੇ ਰੱਖਿਆ ਗਿਆ ਸੀ। ਅਤੇ ਬਾਅਦ ਦੇ ਵਿੱਚ ਫਿਰ 1906 ਈਸਵੀ ਦੇ ਵਿੱਚ ਇਸ ਨੂੰ ਦੁਬਾਰਾ ਇੱਕ ਨਵਾਂ ਰੂਪ ਦੇ ਕੇ ਤਿਆਰ ਕੀਤਾ ਗਿਆ ਅਤੇ ਇਹਦੇ ਵਿੱਚ ਸਾਡੇ ਕ੍ਰਾਂਤੀਕਾਰੀਆਂ ਨੂੰ, ਜਿਹੜੇ ਕਿ ਸਾਡੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਅੰਗਰੇਜ਼ ਸਰਕਾਰ ਦੇ ਖਿਲਾਫ ਹੋਏ ਸੀ, ਉਹਨਾਂ ਨੂੰ ਪਕੜ ਕੇ ਇਸ ਨਵੀਂ ਸੈਲੂਲਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਫੋਰਥ ਕੁਐਸਚਨ, ਵਟ ਵਰ ਦਾ ਫਿਜ਼ੀਕਲ ਕੰਡੀਸ਼ਨਸ ਆਫ ਦਾ ਸੈਲੂਲਰ ਜੇਲ੍ਹ। ਤਾਂ ਚੌਥੇ ਕੁਐਸਚਨ ਦੇ ਵਿੱਚ ਸਾਨੂੰ ਇਹ ਪੁੱਛਿਆ ਗਿਆ ਹੈ ਕਿ ਸੈਲੂਲਰ ਜੇਲ੍ਹ ਦੀਆਂ ਫਿਜ਼ੀਕਲ ਕੰਡੀਸ਼ਨਸ ਕੀ ਸੀ। ਇੱਥੇ ਫਿਜ਼ੀਕਲ ਕੰਡੀਸ਼ਨਸ ਦਾ ਮਤਲਬ ਬੱਚਿਓ ਸੈਲੂਲਰ ਜੇਲ੍ਹ ਦਾ ਮੌਸਮ ਕਿੱਦਾਂ ਦਾ ਸੀ ਤੇ ਉੱਥੇ ਕਿਸ ਤਰ੍ਹਾਂ ਦਾ ਰੱਖ ਰਖਾਵ ਕੈਦੀਆਂ ਨਾਲ ਕੀਤਾ ਜਾਂਦਾ ਸੀ, ਤਾਂ ਇਸ ਦੇ ਬਾਰੇ ਹੈ। ਤਾਂ ਅਸੀਂ ਆਨਸਰ ਬੱਚਿਓ ਲਿਖਾਂਗੇ, ਦਾ ਸੈਲੂਲਰ ਜੇਲ੍ਹ ਵਾਸ ਫੁੱਲ ਆਫ ਮੋਸਕੀਟੋਜ਼ ਐਂਡ ਬਲੱਡ ਸਕਿੰਗ ਲੀਚਿਸ, ਕਿ ਜਿਹੜੀ ਸੈਲੂਲਰ ਜੇਲ੍ਹ ਸੀ ਇਹ ਮੱਛਰਾਂ ਨਾਲ ਭਰੀ ਹੋਈ ਸੀ, ਫੁੱਲ ਆਫ ਮੋਸਕੀਟੋਜ਼ ਐਂਡ ਬਲੱਡ ਸਕਿੰਗ ਲੀਚਿਸ। ਬਲੱਡ ਸਕਿੰਗ ਲੀਚਿਸ ਦਾ ਮਤਲਬ ਹੈ ਬੱਚਿਓ ਕਿ ਖੂਨ ਚੂਸਣ ਵਾਲੀਆਂ ਜੌਂਕਾਂ। ਲੀਚ ਦਾ ਮਤਲਬ ਬੱਚਿਓ ਜੌਂਕ ਹੁੰਦਾ ਹੈ, ਜੋ ਕਿ ਤੁਹਾਡੇ ਸਰੀਰ ਦੇ ਨਾਲ ਚਿੰਬੜ ਕੇ ਤੁਹਾਡਾ ਖੂਨ ਚੂਸਦੀ ਹੈ। ਤਾਂ ਉੱਥੇ ਜੌਂਕਾਂ ਸੀ ਅਤੇ ਮੱਛਰ ਸੀ। ਇਟ ਹੈਡ ਹਾਈਲੀ ਇਨਕਲੀਮੈਂਟ ਵੈਦਰ ਐਂਡ ਬੈਡ ਫੂਡ, ਤਾਂ ਉੱਥੇ ਦਾ ਜਿਹੜਾ ਮੌਸਮ ਸੀ ਉਹ ਬਹੁਤ ਹੀ ਜ਼ਿਆਦਾ ਇਨਕਲੀਮੈਂਟ ਸੀ। ਇਨਕਲੀਮੈਂਟ ਵੈਦਰ ਦਾ ਮਤਲਬ ਉੱਥੇ ਹੁੰਦਾ ਮੌਸਮ ਠੰਡਾ ਅਤੇ ਬਹੁਤ ਹੀ ਜ਼ਿਆਦਾ ਵੈਟ। ਤਾਂ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਹੀ ਬੱਚੇ, ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਮੱਛਰ ਤੇ ਜੌਂਕਾਂ ਦੀ ਬਹੁਤਾਤ ਹੁੰਦੀ ਹੈ। ਤਾਂ ਹਾਈਲੀ ਇਨਕਲੀਮੈਂਟ ਵੈਦਰ ਸੀ ਅਤੇ ਉੱਥੇ ਜਿਹੜਾ ਜੇਲ੍ਹ ਦੇ ਵਿੱਚ ਫੂਡ ਮਿਲਦਾ ਸੀ ਉਹ ਵੀ ਬਹੁਤ ਹੀ ਭੈੜੇ ਤਰੀਕੇ ਦਾ ਸੀ, ਪੂਰਾ ਵੀ ਨਹੀਂ ਸੀ ਮਿਲਦਾ ਕੈਦੀਆਂ ਨੂੰ ਖਾਣ ਨੂੰ, ਅਤੇ ਜਿਹੜਾ ਮਿਲਦਾ ਸੀ ਉਹ ਉਸਦੀ ਕੁਆਲਿਟੀ ਵੀ ਬਹੁਤ ਘਟੀਆ ਸੀ। ਤੇ ਸਾਨੂੰ ਬੱਚਿਓ ਪਤਾ ਹੈ ਕਿ ਉੱਥੇ ਜਦੋਂ ਰੈਵੋਲੂਸ਼ਨਰੀਜ਼ ਨੂੰ ਰੱਖਿਆ ਜਾਂਦਾ ਸੀ, ਕ੍ਰਾਂਤੀਕਾਰੀਆਂ ਨੂੰ, ਤਾਂ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਅਤੇ ਇਸ ਤਰ੍ਹਾਂ ਦਾ ਫੂਡ ਖਾਣ ਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਨ੍ਹਾਂ ਦੇ ਵਿੱਚ ਡਾਇਸੈਂਟਰੀ, ਹਾਈ ਫੀਵਰ, TB ਅਤੇ ਐਸਥਮਾ ਸ਼ਾਮਿਲ ਸੀ। ਫਿਫਥ ਕੁਐਸਚਨ ਹੈ ਜੀ ਕਿ ਹੂ ਵਰ ਦਾ ਚੀਫ ਗਵਰਨਿੰਗ ਆਫੀਸ਼ੀਅਲਸ ਇਨ ਦਾ ਸੈਲੂਲਰ ਜੇਲ੍ਹ। ਇਸ ਸੈਲੂਲਰ ਜੇਲ੍ਹ ਦੇ ਮੁੱਖ ਸਰਕਾਰੀ ਅਫਸਰ ਕਿਹੜੇ-ਕਿਹੜੇ ਸੀ। ਚੀਫ ਗਵਰਨਿੰਗ ਆਫੀਸ਼ੀਅਲਸ ਦਾ ਮਤਲਬ ਸਰਕਾਰੀ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਮੁੱਖ ਸਰਕਾਰੀ ਅਫਸਰ ਇਸ ਜੇਲ੍ਹ ਦੇ ਵਿੱਚ ਕਿਹੜੇ ਸੀ। ਤਾਂ ਸਟੂਡੈਂਟਸ, ਗਦਰ ਪਾਰਟੀ ਦੇ ਜਿਹੜੇ ਕ੍ਰਾਂਤੀਕਾਰੀ ਹੋਏ ਨੇ ਉਹਨਾਂ ਦੇ ਅਕਾਊਂਟਸ ਤੋਂ, ਉਹਨਾਂ ਦੇ ਦੱਸੇ ਅਨੁਸਾਰ ਸਾਨੂੰ ਪਤਾ ਲੱਗਦਾ ਹੈ ਕਿ ਜੇਲਰ ਡੇਵਿਡ ਬੈਰੀ, ਦਾ ਸੁਪਰਿਟੈਂਡੈਂਟ ਮਰੇ ਐਂਡ ਦਾ ਚੀਫ ਕਮਿਸ਼ਨਰ ਵਰ ਦਾ ਚੀਫ ਗਵਰਨਿੰਗ ਆਫੀਸ਼ੀਅਲਸ ਇਨ ਦਾ ਸੈਲੂਲਰ ਜੇਲ੍ਹ। ਤਾਂ ਇਸ ਸੈਲੂਲਰ ਜੇਲ੍ਹ ਦੇ ਵਿੱਚ ਜਿਹੜੇ ਮੁੱਖ ਸਰਕਾਰੀ ਅਫਸਰ ਸੀ ਉਹ ਤਿੰਨ ਸੀਗੇ ਜੀ। ਇੱਕ ਤਾਂ ਜੇਲਰ ਡੇਵਿਡ ਬੈਰੀ ਸੀ, ਦੂਸਰਾ ਸੀ ਦਾ ਸੁਪਰਿਟੈਂਡੈਂਟ ਮਰੇ, ਤੀਸਰਾ ਸੀ ਜੀ ਦਾ ਚੀਫ ਕਮਿਸ਼ਨਰ। ਨਾ ਚੀਫ ਕਮਿਸ਼ਨਰ ਦਾ ਚੈਪਟਰ ਦੇ ਵਿੱਚ ਨਾਮ ਨਹੀਂ ਹੈ। ਤਾਂ ਇਹ ਤਿੰਨ ਜਿਹੜੇ ਸੀਗੇ, ਜੇਲਰ ਡੇਵਿਡ ਬੈਰੀ, ਸੁਪਰਿਟੈਂਡੈਂਟ ਮਰੇ ਅਤੇ ਚੀਫ ਕਮਿਸ਼ਨਰ, ਇਹ ਚੀਫ ਗਵਰਨਿੰਗ ਆਫੀਸ਼ੀਅਲ ਸੀ ਸੈਲੂਲਰ ਜੇਲ੍ਹ ਦੇ ਵਿੱਚ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਇਹਨਾਂ ਤਿੰਨਾਂ ਨੂੰ ਚੈਪਟਰ ਦੇ ਵਿੱਚ ਕੀ ਕਿਹਾ ਗਿਆ ਹੈ। ਇਹਨਾਂ ਤਿੰਨਾਂ ਨੂੰ ਚੈਪਟਰ ਦੇ ਵਿੱਚ ਕਿਹਾ ਗਿਆ ਜੀ ਬੁਚਰਸ। ਬੁਚਰ ਦਾ ਮਤਲਬ ਹੁੰਦਾ ਹੈ ਕਸਾਈ, ਕਿ ਇਹ ਕਸਾਈਆਂ ਵਾਂਗ ਕ੍ਰਾਂਤੀਕਾਰੀਆਂ ਤੇ ਜ਼ੁਲਮ ਕਰਦੇ ਸੀ। ਅਤੇ ਇਹਨਾਂ ਨੂੰ ਚੈਪਟਰ ਦੇ ਵਿੱਚ ਇੱਕ ਹੋਰ ਨਾਮ ਨਾਲ ਕਿਹਾ ਗਿਆ ਹੈ, ਉਹ ਹੈ ਜੀ ਪ੍ਰੋਜਨੀ ਆਫ ਦਾ ਸੈਟਨ। ਸੈਟਨ ਕਿਹਾ ਗਿਆ ਜੀ ਸ਼ੈਤਾਨ ਨੂੰ ਅਤੇ ਪ੍ਰੋਜਨੀ ਕਿਹਾ ਗਿਆ ਔਲਾਦ, ਮਤਲਬ ਕਿ ਇਹਨਾਂ ਨੂੰ ਸ਼ੈਤਾਨ ਦੀ ਔਲਾਦ ਵੀ ਕਿਹਾ ਗਿਆ। ਪ੍ਰੋਜਨੀ ਆਫ ਦਾ ਸੈਟਨ ਅਤੇ ਬੁਚਰਸ, ਇਹਨਾਂ ਤਿੰਨਾਂ ਜਣਿਆਂ ਨੂੰ ਇਸ ਚੈਪਟਰ ਦੇ ਵਿੱਚ ਇਹਨਾਂ ਨਾਮਾਂ ਨਾਲ ਪੁਕਾਰਿਆ ਗਿਆ। ਸਿਕਸਥ ਕੁਐਸਚਨ, ਹਾਊ ਵਰ ਦਾ ਕਨਵਿਕਟਸ ਪਨਿਸ਼ਡ ਵੈਨ ਦੇ ਫੇਲ ਟੂ ਵਰਕ ਪ੍ਰੋਪਰਲੀ। ਇੱਥੇ ਕਨਵਿਕਟਸ ਕਿਹਾ ਜਾਂਦਾ ਹੈ ਜੀ ਅਪਰਾਧੀਆਂ ਨੂੰ। ਅਪਰਾਧੀ ਕੌਣ ਨੇ ਜੀ? ਉਹੀ ਸਾਡੇ ਕ੍ਰਾਂਤੀਕਾਰੀ, ਦੇਸ਼ ਭਗਤ ਜਾਂ ਰੈਵੋਲੂਸ਼ਨਰੀਜ਼ ਜਿਹੜੇ ਕਿ ਉੱਥੇ ਫੜ ਕੇ ਲਿਆਂਦੇ ਗਏ ਸੀ, ਗਦਰ ਪਾਰਟੀ ਦੇ ਮੈਂਬਰ। ਤਾਂ ਉਹਨਾਂ ਨੂੰ ਕਿਸ ਤਰ੍ਹਾਂ ਪਨਿਸ਼ ਕੀਤਾ ਜਾਂਦਾ ਸੀ, ਸਜ਼ਾ ਦਿੱਤੀ ਜਾਂਦੀ ਸੀ ਜਦੋਂ ਉਹ ਫੇਲ ਹੋ ਜਾਂਦੇ ਸੀ ਕੰਮ ਕਰਨ ਦੇ ਵਿੱਚ ਪ੍ਰੋਪਰਲੀ, ਚੰਗੀ ਤਰ੍ਹਾਂ। ਹੁਣ ਉਹ ਕੰਮ ਕੀ ਸੀ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬੱਚਿਓ ਕਿ ਉਹਨਾਂ ਤੋਂ ਕੋਲੂ ਦੇ ਬੈਲ ਵਾਂਗੂ ਕੰਮ ਲਿਆ ਜਾਂਦਾ ਸੀ। ਆਇਲ ਮਿਲ ਦੇ ਵਿੱਚ ਉਹਨਾਂ ਨੂੰ ਕੋਕੋਨਟ ਆਇਲ ਦੇ 30 ਪਾਊਂਡ ਰੋਜ਼ ਕੱਢਣੇ ਪੈਂਦੇ ਸੀ, ਅਤੇ ਜੇਕਰ ਉਹ ਇਹ ਕੰਮ ਨਹੀਂ ਸੀ ਕਰ ਪਾਉਂਦੇ ਤੇ ਫਿਰ ਉਹਨਾਂ ਨੂੰ ਸੀਵੀਅਰਲੀ ਪਨਿਸ਼ਡ ਕੀਤਾ ਜਾਂਦਾ ਸੀ। ਇੱਥੇ ਹਾਊ ਦਾ ਮਤਲਬ
किस ढंग दे नाल किस तरीके दे नाल उन्हां नूं पनिश किया जाता सी इहदे बारे है। तो असीं आंसर लिखांगे जी कि दे वर फिल्दी अब्यूज्ड एंड गिवन अप टू 30 लैशिज ऑफ अ विप इन पब्लिक। फिल्दी का मतलब हुंदा बच्चे वो बहुत ही भैड़ियां, तो उन्होंने बहुत ही भैड़ियां गालां कड्ढियां जांदे सी। अब्यूज़ का मतलब हुंदा जी गालां कड्ढना, ते फिल्दी का मतलब भैड़ियां। एंड गिवन अप टू 30 लैशिज, अते उन्होंने 30 चाबुक मारे जांदे सी। अप टू 30 चाबुक मारे जांदे सी। लैशिज का मतलब इत्थे चाबुक नूं कहा जांदा है। ऑफ अ विप मतलब बैन दे चाबुक मारे जांदे सी। इन पब्लिक का मतलब सारे लोगों के सामने, मतलब एक तमाशे वांगू उन्हां दे चाबुक मारे जांदे सी। ते इह 30 चाबुक मारे जांदे सी, 30 कोड़े मारे जांदे सी जेकर उन्हां तो कोकोनट ऑयल दे 30 पाउंड एक्सट्रैक्ट नहीं सी हुंदे ऑयल मिल ते उपर। ਤਾਂ ਸਟੂਡੈਂਟ ਸਾਨੂੰ ਇਹ ਵੀ ਪਤਾ ਹੈ ਕਿ ਇਹਨਾਂ ਕਨਵਿਕਟਸ ਨੂੰ, ਇਹਨਾਂ ਕ੍ਰਾਂਤੀਕਾਰੀਆਂ ਨੂੰ ਬਹੁਤ ਹੀ ਗੰਦੇ ਸੈੱਲਾਂ ਦੇ ਵਿੱਚ, ਜੋ ਕਿ ਬਹੁਤ ਹੀ ਸਾਈਜ਼ 'ਚ ਛੋਟੇ ਹੁੰਦੇ ਸੀ, ਉਹਨਾਂ 'ਚ ਰੱਖਿਆ ਜਾਂਦਾ ਸੀ। ਉਹ ਆਪਸ 'ਚ ਗੱਲ ਵੀ ਨਹੀਂ ਸੀ ਕਰ ਸਕਦੇ ਇੱਕ ਦੂਸਰੇ ਦੇ ਨਾਲ। 7 ਕੁਐਸਚਨ ਹੈ ਜੀ ਕਿ ਹੂ ਵਰ ਐਡਰੈਸਡ ਐਜ਼ ਡੈਮੀ ਗੋਡਸ ਐਂਡ ਵਾਈ। ਕਿਹਨਾਂ ਨੂੰ ਡੈਮੀ ਗੋਡਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ, ਐਡਰੈਸ ਕਿਹਾ ਜਾਂਦਾ ਸੀ, ਅਤੇ ਕਿਉਂ। ਨਾ ਡੈਮੀ ਗੋਡ ਦਾ ਮਤਲਬ ਬੱਚੇ ਹੁੰਦਾ ਹੈ ਕਿ ਇਹ ਇੱਕ ਮਿਥੋਲੋਜੀਕਲ ਮਿਥਿਹਾਸਿਕ ਕਰੈਕਟਰ ਹੈ, ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਦੇਵਤਾ ਜਿਹੜਾ ਕਿ ਅੱਧਾ ਇਨਸਾਨ ਹੈ ਅਤੇ ਅੱਧਾ ਦੇਵਤਾ ਹੈ। ਤਾਂ ਇਸ ਤਰ੍ਹਾਂ ਦੇ ਇੱਕ ਕ੍ਰੀਚਰ ਨੂੰ ਆਪਾਂ ਡੈਮੀਗੋਡ ਕਹਿੰਦੇ ਹਾਂ। ਕਿਹਨਾਂ ਨੂੰ ਡੈਮੀਗੋਡਸ ਕਿਹਾ ਗਿਆ ਇਸ ਚੈਪਟਰ ਦੇ ਵਿੱਚ ਅਤੇ ਕਿਉਂ ਕਿਹਾ ਗਿਆ। ਐਕਚੁਅਲੀ 2 ਕੁਐਸਚਨ ਨੇ, ਇੱਕ ਤਾਂ ਕਿਹਨਾਂ ਨੂੰ ਕਿਹਾ ਗਿਆ ਤੇ ਕਿਉਂ ਕਿਹਾ ਗਿਆ। ਤਾਂ ਆਨਸਰ ਲਿਖਾਂਗੇ ਬੱਚਿਓ, ਦਾ ਬ੍ਰਿਟਿਸ਼ ਚੀਫ ਆਫੀਸ਼ੀਅਲਸ ਇਨ ਦਾ ਸੈਲੂਲਰ ਜੇਲ ਸਚ ਐਜ਼ ਦਾ ਜੇਲਰ ਡੇਵਿਡ ਬੈਰੀ ਵਰ ਐਡਰੈਸਡ ਐਜ਼ ਡੈਮੀਗੋਡਸ। ਤਾਂ ਜਿਹੜੇ ਅੰਗਰੇਜ਼ ਸਰਕਾਰ ਦੇ ਮੁੱਖ ਅਫਸਰ ਸੀਗੇ ਜੀ, ਜੋ ਸੈਲੂਲਰ ਜੇਲ੍ਹ ਦੇ ਵਿੱਚ, ਜਿਵੇਂ ਕਿ ਜੇਲਰ ਡੇਵਿਡ ਬੈਰੀ, ਉਸ ਨੂੰ ਐਡਰੈਸ ਕੀਤਾ ਗਿਆ ਐਜ਼ ਡੈਮੀਗੋਡਸ। ਤਾਂ ਇਹਨਾਂ ਨੂੰ ਡੈਮੀਗੋਡ ਕਿਹਾ ਗਿਆ। ਕਿਉਂ ਕਿਹਾ ਗਿਆ? ਕਿਉਂਕਿ ਦੇ ਅਬਿਊਜ਼ਡ, ਹਿਊਮਿਲੇਟਿਡ ਐਂਡ ਇਲ ਟ੍ਰੀਟਡ ਦਾ ਪ੍ਰਿਜ਼ਨਰਸ। ਕਿਉਂਕਿ ਇਹ ਸਾਰੇ ਡੈਮੀਗੋਡਸ ਕੀ ਕਰਦੇ ਸੀਗੇ ਜੀ, ਅਬਿਊਜ਼ ਕਰਦੇ ਸੀ। ਅਬਿਊਜ਼ ਦਾ ਮਤਲਬ ਗਾਲਾਂ ਕੱਢਦੇ ਸੀ। ਹਿਊਮਿਲੇਟ ਦਾ ਮਤਲਬ ਬੇਇੱਜ਼ਤੀ ਕਰਦੇ ਸੀ। ਅਤੇ ਇਲ ਟ੍ਰੀਟਡ ਬਹੁਤ ਹੀ ਭੈੜਾ ਵਿਵਹਾਰ ਕਰਦੇ ਸੀ ਕੈਦੀਆਂ ਦੇ ਨਾਲ। ਪ੍ਰਿਜ਼ਨਰਸ ਦਾ ਮਤਲਬ ਕੈਦੀ। ਤਾਂ ਸਟੂਡੈਂਟ ਸਾਨੂੰ ਪਤਾ ਹੈ ਕਿ ਜੇਲਰ ਡੇਵਿਡ ਬੈਰੀ ਤਾਂ ਆਪਣੇ ਆਪ ਨੂੰ ਭਗਵਾਨ ਤੋਂ ਵੀ ਉੱਚਾ ਮੰਨਦਾ ਸੀ, ਕਿਉਂਕਿ ਜਦੋਂ ਵੀ ਕੋਈ ਨਵੇਂ ਕੈਦੀਆਂ ਦਾ ਗਰੁੱਪ ਸੈਲੂਲਰ ਜੇਲ੍ਹ ਜਾਂਦਾ ਸੀ ਤਾਂ ਉਹ ਬਹੁਤ ਹੀ ਤਣ ਕੇ ਉਹਨਾਂ ਨੂੰ ਕਹਿੰਦਾ ਤੁਹਾਨੂੰ ਇਸ ਜੇਲ੍ਹ ਦੇ ਵਿੱਚ ਕੋਈ ਨਹੀਂ ਬਚਾ ਸਕਦਾ, ਪਰਮਾਤਮਾ ਵੀ ਤੁਹਾਨੂੰ ਬਚਾ ਨਹੀਂ ਸਕਦਾ, ਕਿਉਂਕਿ ਇਸ ਜੇਲ੍ਹ ਦੇ ਆਲੇ ਦੁਆਲੇ ਦੇ 3 ਮੀਲ ਦੇ ਖੇਤਰ ਦੇ ਵਿੱਚ ਪਰਮਾਤਮਾ ਵੀ ਆ ਨਹੀਂ ਸਕਦਾ। ਤਾਂ ਜੇਕਰ ਤੁਸੀਂ ਮੇਰਾ ਕਹਿਣਾ ਨਾ ਮੰਨਿਆ ਤਾਂ ਤੁਹਾਨੂੰ ਮੇਰੇ ਤੋਂ ਕੋਈ ਵੀ ਨਹੀਂ ਬਚਾ ਸਕਦਾ। ਇਸ ਕਰਕੇ ਜੇ ਜੇਲ੍ਹ 'ਚ ਰਹਿਣਾ ਹੈ ਤਾਂ ਮੇਰਾ ਕਹਿਣਾ ਮੰਨਣਾ ਪਊ। ਤਾਂ ਇਹਨਾਂ ਸ਼ਬਦਾਂ ਦੇ ਨਾਲ ਉਹ ਡਰਾਉਂਦਾ ਧਮਕਾਉਂਦਾ ਸੀ। ਪਰ ਬੱਚਿਓ ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਇੱਕ ਗਦਰ ਪਾਰਟੀ ਦੇ ਮੈਂਬਰ ਪਰਮਾਨੰਦ ਝਾਂਸੀ ਨੇ ਇਸ ਡੈਮੀਗੋਡ ਜੇਲਰ ਡੇਵਿਡ ਬੈਰੀ ਦੇ ਬੜਾ ਹੀ ਕਰਾਰਾ ਜਿਹਾ ਥੱਪੜ ਮਾਰਿਆ ਸੀ। ਤਾਂ ਇਹ ਸਾਰੇ ਇੰਸੀਡੈਂਟ ਬਾਰੇ ਆਪਾਂ ਚੈਪਟਰ 'ਚ ਵੀ ਪੜ੍ਹਿਆ। 8th ਕੁਐਸਚਨ ਹੈ ਜੀ ਕਿ ਵਟ ਵਾਜ਼ ਦਾ ਮੰਤਰ ਆਫ ਗਦਰਾਈਟਸ ਰਾਈਟ ਇਨ ਦਾ ਬਿਗਨਿੰਗ ਆਫ ਦੇਅਰ ਕਨਵਿਕਸ਼ਨ ਪੀਰੀਅਡ। ਗਦਰਾਈਟਸ ਇੱਥੇ ਬੱਚਿਓ ਗਦਰੀ ਬਾਬਿਆਂ ਨੂੰ ਹੀ ਕਿਹਾ ਗਿਆ, ਗਦਰ ਪਾਰਟੀ ਦੇ ਮੈਂਬਰਾਂ ਨੂੰ ਗਦਰਾਈਟਸ ਕਿਹਾ ਗਿਆ। ਪੁੱਛਿਆ ਇਹ ਗਿਆ ਕੁਐਸਚਨਸ ਕਿ ਗਦਰੀ ਬਾਬਿਆਂ ਦਾ ਕੀ ਮੰਤਰ ਸੀ। ਨਾ ਮੰਤਰ ਦਾ ਮਤਲਬ ਹੁੰਦਾ ਬੱਚਿਓ ਕਿ ਉਹਨਾਂ ਨੇ ਕੀ ਸੋਚ ਰੱਖਿਆ ਸੀ। ਕਦੋਂ? ਰਾਈਟ ਇਨ ਦਾ ਬਿਗਨਿੰਗ ਆਫ ਦੇਅਰ ਕਨਵਿਕਸ਼ਨ ਪੀਰੀਅਡ। ਕਨਵਿਕਸ਼ਨ ਸ਼ਬਦ ਬੱਚਿਓ ਕਨਵਿਕਟ ਤੋਂ ਬਣਦਾ ਹੈ। ਤੁਹਾਨੂੰ ਯਾਦ ਹੋਣਾ ਬੱਚਿਓ ਪਹਿਲਾਂ ਕਨਵਿਕਟ ਆਇਆ ਸੀ, ਜਿਸ ਦਾ ਮੈਂ ਮਤਲਬ ਅਪਰਾਧੀ ਦੱਸਿਆ ਸੀ, ਤੇ ਕਨਵਿਕਟ ਤੋਂ ਹੀ ਕਨਵਿਕਸ਼ਨ ਬਣਦਾ ਹੈ ਤੇ ਅਪਰਾਧ ਨੂੰ ਕਨਵਿਕਸ਼ਨ ਕਿਹਾ ਜਾਂਦਾ ਹੈ। ਤਾਂ ਉਹਨਾਂ ਦਾ ਜਿਹੜਾ ਅਪਰਾਧ ਵਾਲਾ ਸਮਾਂ ਸੀ, ਮਤਲਬ ਕਿ ਜਿਹੜਾ ਉਹਨਾਂ ਨੇ ਜੇਲ੍ਹ ਦੇ ਵਿੱਚ ਸਮਾਂ ਬਿਤਾਉਣਾ ਸੀ, ਤਾਂ ਉਸ ਸਮੇਂ ਦੇ ਸ਼ੁਰੂ ਦੇ ਵਿੱਚ ਹੀ ਰਾਈਟ ਇਨ ਦਾ ਬਿਗਨਿੰਗ ਉਹਨਾਂ ਨੇ ਕੀ ਸੋਚ ਲਿਆ ਸੀ ਕਿ ਆਪਾਂ ਨੇ ਇਸ ਜੇਲ੍ਹ ਦੇ ਵਿੱਚ ਕਿਵੇਂ ਰਹਿਣਾ। ਤਾਂ ਬੱਚਿਓ ਕੁਐਸਚਨ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਗਦਰੀ ਬਾਬਿਆਂ ਦਾ ਸੈਲੂਲਰ ਜੇਲ੍ਹ ਦੇ ਵਿੱਚ ਕੈਦ ਵਾਲਾ ਸਮਾਂ ਸ਼ੁਰੂ ਹੋਇਆ ਤਾਂ ਉਹਨਾਂ ਨੇ ਕੀ ਸੋਚਿਆ ਕਿ ਆਪਾਂ ਇੱਥੇ ਕਿਵੇਂ ਰਹਿਣਾ। ਤਾਂ ਇਹਦਾ ਆਨਸਰ ਆਪਾਂ ਦੇਵਾਂਗੇ ਜੀ, their mantra was not to suffer any insult or abuse without a determined retaliation। ਤਾਂ ਉਹਨਾਂ ਦੀ ਸੋਚ ਇਹ ਸੀ, ਉਹਨਾਂ ਦਾ ਮੰਤਰ ਇਹ ਸੀ ਕਿ ਆਪਾਂ ਨੇ ਕਿਸੇ ਵੀ ਤਰ੍ਹਾਂ ਦੀ ਇਨਸਲਟ ਦਾ ਮਤਲਬ ਇੱਥੇ ਬੇਇੱਜ਼ਤੀ ਅਤੇ ਅਬਿਊਜ਼ ਅਤੇ ਗਾਲੀ ਗਲੋਚ ਆਪਾਂ ਬਰਦਾਸ਼ਤ ਨਹੀਂ ਕਰਨੀ। not to suffer ਕਿ ਆਪਾਂ ਨੇ ਬਰਦਾਸ਼ਤ ਨਹੀਂ ਕਰਨੀ। ਕੀ ਨਹੀਂ ਕਰਨੀ? ਐਨੀ ਇਨਸਲਟ, ਕੋਈ ਵੀ ਬੇਇੱਜ਼ਤੀ ਜਾਂ ਕੋਈ ਵੀ ਗਾਲੀ ਗਲੋਚ ਆਪਾਂ ਨੇ ਬਰਦਾਸ਼ਤ ਨਹੀਂ ਕਰਨੀ। ਜੇ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਗਾਲੀ ਗਲੋਚ ਕਰੂਗਾ ਜਾਂ ਸਾਡੀ ਬੇਇੱਜ਼ਤੀ ਕਰੂਗਾ ਤਾਂ ਫਿਰ ਆਪਾਂ ਡਿਟਰਮਿਨ ਰਿਟੈਲੀਏਸ਼ਨ ਕਰਾਂਗੇ। ਡਿਟਰਮਿਨ ਦਾ ਮਤਲਬ ਹੁੰਦਾ ਹੈ ਦ੍ਰਿੜਤਾ ਨਾਲ, ਰਿਟੈਲੀਏਸ਼ਨ ਦਾ ਮਤਲਬ ਜਵਾਬ ਦੇਣਾ। ਕਿ ਆਪਾਂ ਬਿਨਾਂ ਜਵਾਬ ਦਿੱਤੇ, ਬਿਨਾਂ ਦ੍ਰਿੜਤਾ ਨਾਲ ਜਵਾਬ ਦਿੱਤੇ
ਕੋਈ ਵੀ ਗਾਲੀ ਗਲੋਚ ਜਾਂ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂਗੇ। ਜੇ ਸਾਡੇ ਨਾਲ ਅੰਗਰੇਜ਼ ਸਰਕਾਰ ਕੋਈ ਗਾਲੀ ਗਲੋਚ ਕਰੂ, ਸਾਨੂੰ ਮਾਰੂ ਕੁੱਟੂ, ਸਾਨੂੰ ਤਸੀਹੇ ਦਊ, ਤਾਂ ਆਪਾਂ ਫਿਰ ਉਹਦਾ ਜਵਾਬ ਦੇਵਾਂਗੇ, ਉਸੇ ਤਰੀਕੇ ਨਾਲ ਜਵਾਬ ਦੇਵਾਂਗੇ ਅਤੇ ਦ੍ਰਿੜਤਾ ਨਾਲ ਦੇਵਾਂਗੇ। ਇਹ ਉਹਨਾਂ ਦਾ ਮੰਤਰ ਸੀ, ਇਹ ਉਹਨਾਂ ਦੀ ਸੋਚ ਸੀ। ਤਾਂ ਬੱਚੇ ਤੁਹਾਨੂੰ ਪਤਾ ਹੈ, ਇਸੇ ਸੋਚ ਦੇ ਮੁਤਾਬਕ, ਇਸੇ ਮੰਤਰ ਦੇ ਮੁਤਾਬਕ ਪਰਮਾਨੰਦ ਝਾਂਸੀ ਨੇ ਜੇਲਰ ਡੇਵਿਡ ਬੈਰੀ ਦੇ ਥੱਪੜ ਜੜਿਆ ਸੀ, ਕਿਉਂਕਿ ਜੇਲਰ ਡੇਵਿਡ ਬੈਰੀ ਨੇ ਉਹਨੂੰ ਗਾਲਾਂ ਕੱਢੀਆਂ ਸੀ। ਅਤੇ ਇਸੇ ਤਰ੍ਹਾਂ ਛਤਰ ਸਿੰਘ ਨੇ ਵੀ ਸੁਪਰਡੈਂਟ ਮਰੇ ਦੇ ਵੀ ਇੱਕ ਜ਼ੋਰਦਾਰ ਥੱਪੜ ਮਾਰਿਆ ਸੀ। ਅਤੇ ਹੋਰ ਵੀ ਗਦਰੀ ਬਾਬਿਆਂ ਨੇ ਇਸੇ ਤਰ੍ਹਾਂ ਦੀ ਡਿਟਰਮਿਨਡ ਰਿਟੈਲੀਏਸ਼ਨ ਕੀਤੀ ਸੀ, ਜਦੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ, ਜਦੋਂ ਉਹਨਾਂ ਨੂੰ ਤਸੀਹੇ ਦਿੱਤੇ ਗਏ। 9th ਕੁਐਸਚਨ ਹੈ ਕਿ ਵਾਈ ਵਾਜ਼ ਜੋਤਿਸ਼ ਚੰਦਰ ਪੌਲ ਰਿਮੂਵ ਟੂ ਅ ਮੈਂਟਲ ਹਸਪੀਟਲ। ਤਾਂ ਸਟੂਡੈਂਟ, ਜਦੋਂ ਗਦਰ ਪਾਰਟੀ ਦੇ ਮੈਂਬਰ ਸੈਲੂਲਰ ਜੇਲ੍ਹ 'ਚ ਲਿਆਂਦੇ ਗਏ ਸੀ ਤੇ ਉਹਨਾਂ ਨੇ ਇਹ ਸੋਚ ਲਿਆ ਸੀ ਕਿ ਆਪਾਂ ਆਪਣੇ 'ਤੇ ਕਿਸੇ ਤਰ੍ਹਾਂ ਦੀ ਬੇਇੱਜ਼ਤੀ ਜਾਂ ਗਾਲੀ ਗਲੋਚ ਬਰਦਾਸ਼ਤ ਨਹੀਂ ਕਰਨੀ। ਜੇ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਆਪਾਂ ਰਿਟੈਲੀਏਟ ਕਰਾਂਗੇ, ਜਵਾਬ ਦੇਵਾਂਗੇ। ਅਤੇ ਉਹਨਾਂ ਦੇ ਜਵਾਬ ਦੇ ਵਿੱਚ ਭੁੱਖ ਹੜਤਾਲ ਵੀ ਸ਼ਾਮਿਲ ਸੀ। ਤਾਂ ਗਦਰੀ ਬਾਬੇ ਭੁੱਖ ਹੜਤਾਲ 'ਤੇ ਚਲੇ ਗਏ ਸੀ। ਅਸੀਂ ਇਹ ਚੈਪਟਰ ਦੇ ਵਿੱਚ ਪੜ੍ਹਿਆ ਕਿ ਲਗਭਗ 100 ਕੈਦੀ ਗਦਰ ਪਾਰਟੀ ਦੇ ਮੈਂਬਰਾਂ ਨਾਲ ਜੁੜ ਗਏ ਸੀ ਅਤੇ ਉਹ ਸਾਰੇ ਦੇ ਸਾਰੇ ਭੁੱਖ ਹੜਤਾਲ ਚਲੇ ਗਏ ਸੀ। ਅਤੇ ਇਹ ਭੁੱਖ ਹੜਤਾਲ ਬਹੁਤ ਲੰਬੀ ਚੱਲੀ ਸੀ। ਸੈਲੂਲਰ ਜੇਲ੍ਹ ਦੀ ਹਿਸਟਰੀ ਦੇ ਵਿੱਚ ਕਦੇ ਵੀ ਇੰਨੇ ਸਾਰੇ ਕੈਦੀਆਂ ਨੇ ਇੰਨੇ ਲੰਬੇ ਸਮੇਂ ਤੱਕ ਭੁੱਖ ਹੜਤਾਲ ਨਹੀਂ ਸੀ ਕੀਤੀ। ਅਤੇ ਉਸ ਭੁੱਖ ਹੜਤਾਲ ਦੇ ਵਿੱਚ ਇੱਕ ਕ੍ਰਾਂਤੀਕਾਰੀ ਦਾ ਜ਼ਿਕਰ ਹੈ ਜੀ, ਉਹਦਾ ਨਾਮ ਸੀ ਜੋਤਿਸ਼ ਚੰਦਰ ਪੌਲ। ਉਹਦੇ ਬਾਰੇ ਹੀ ਕੁਐਸਚਨ ਹੈ ਕਿ ਜੋਤਿਸ਼ ਚੰਦਰ ਪਾਲ ਨੂੰ ਮੈਂਟਲ ਹਸਪੀਟਲ, ਪਾਗਲਾਂ ਵਾਲੇ ਹਸਪਤਾਲ ਦੇ ਵਿੱਚ ਕਿਉਂ ਦਾਖਲ ਕਰਾਇਆ ਗਿਆ? ਵਾਈ, ਕਿਉਂ? ਤਾਂ ਆਨਸਰ ਹੈ ਜੀ ਕਿ ਹੀ ਵਾਜ਼ ਔਨ ਅ ਲੌਂਗ ਹੰਗਰ ਸਟ੍ਰਾਈਕ, ਕਿ ਉਹ ਲੰਬੀ ਭੁੱਖ ਹੜਤਾਲ 'ਤੇ ਸੀ, ਲੌਂਗ ਹੰਗਰ ਸਟ੍ਰਾਈਕ। ਤਾਂ ਹੀ ਪਾਸਡ ਬਲੱਡ ਇਨ ਸਟੂਲ, ਕਿਉਂਕਿ ਬਹੁਤ ਜ਼ਿਆਦਾ ਦੇਰ ਤੱਕ ਭੁੱਖ ਹੜਤਾਲ 'ਤੇ ਰਿਹਾ ਅਤੇ ਉਸਦੀ ਸਰੀਰਕ ਅਵਸਥਾ ਬਹੁਤ ਜ਼ਿਆਦਾ ਵਿਗੜ ਗਈ, ਇੰਨੀ ਜ਼ਿਆਦਾ ਵਿਗੜ ਗਈ ਕਿ ਉਸਦੇ ਪਖਾਨੇ ਦੇ ਵਿੱਚ ਬਲੱਡ ਵੀ ਆਉਣ ਲੱਗ ਗਿਆ। ਬਟ ਹੀ ਰਿਫਿਊਜ਼ ਟੂ ਗਿਵ ਅਪ, ਪਰੰਤੂ ਉਸਨੇ ਹਾਰ ਮੰਨਣ ਤੋਂ ਨਾ ਕਰ ਦਿੱਤੀ। ਰਿਫਿਊਜ਼ ਦਾ ਮਤਲਬ ਮਨਾ ਕਰਨਾ, ਗਿਵ ਅਪ ਦਾ ਮਤਲਬ ਹੁੰਦਾ ਬੱਚਿਓ ਹਾਰ ਮੰਨਣੀ। ਇਟਸ ਅ ਫਰੇਜ਼ਲ ਵਰਬ। ਹਾਲਾਂਕਿ ਗਿਵ ਦਾ ਮਤਲਬ ਦੇਣਾ ਹੁੰਦਾ ਹੈ, ਲੇਕਿਨ ਜੇ ਗਿਵ ਦੇ ਪਿੱਛੇ ਅਪ ਪ੍ਰੈਪੋਜੀਸ਼ਨ ਆ ਜੇ ਤਾਂ ਮਤਲਬ ਬਿਲਕੁਲ ਚੇਂਜ ਹੋ ਜਾਂਦਾ ਹੈ। ਇਹਦਾ ਮਤਲਬ ਬਣ ਜਾਂਦਾ ਹੈ ਹਾਰ ਮੰਨਣੀ। ਤਾਂ ਬੱਚਿਓ, ਜਿਹੜੀਆਂ ਫਰੇਜ਼ਲ ਵਰਬਸ ਹੁੰਦੀਆਂ ਨੇ, ਇਹਨਾਂ ਨੂੰ ਮੈਂ ਚੈਪਟਰਸ ਦੇ ਵਿੱਚ ਨਾਲੋਂ ਨਾਲ ਤੁਹਾਡੇ ਨਾਲ ਡਿਸਕਸ ਕਰਦਾ ਹੁੰਦਾ। ਉਮੀਦ ਹੈ ਕਿ ਤੁਸੀਂ ਇਹਨਾਂ ਫਰੇਜ਼ਲ ਵਰਬਸ ਦੀ ਵੀ ਆਪਣੀ ਫੈ ਕਾਪੀ ਦੇ ਉੱਪਰ ਲਿਸਟ ਬਣਾਉਂਦੇ ਹੋਵੋਗੇ। ਆਫਟਰ ਅ ਮੰਥ ਹੀ ਵੈਂਟ ਟੋਟਲੀ ਮੈਡ, 1 ਮਹੀਨੇ ਬਾਅਦ ਤਾਂ ਉਹ ਬਿਲਕੁਲ ਪਾਗਲ ਹੋ ਗਿਆ ਜੀ। ਹੀ ਵੈਂਟ ਟੋਟਲੀ ਮੈਡ। ਨਾ ਇੱਥੇ ਧਿਆਨ ਰੱਖੋ, ਇੱਥੇ ਗੋ ਮੈਡ ਫਰੇਜ਼ ਦਾ ਜ਼ਿਕਰ ਆਇਆ। ਗੋ ਮੈਡ ਦਾ ਮਤਲਬ ਹੁੰਦਾ ਜੀ ਪਾਗਲ ਬਣਨਾ, ਬਿਕੋਜ਼ ਆਪਾਂ ਪਾਸਟ ਟੈਂਸ ਯੂਜ਼ ਕੀਤਾ ਤਾਂ ਗੋ ਦੀ ਥਾਂ ਤੇ ਆਪਾਂ ਵੈਂਟ ਲਗਾਤਾ। ਹੀ ਵੈਂਟ ਟੋਟਲੀ ਮੈਡ, ਪੂਰੀ ਤਰ੍ਹਾਂ ਪਾਗਲ ਹੋ ਗਿਆ। ਸੋ ਹੀ ਵਾਜ਼ ਰਿਮੂਵ ਟੂ ਅ ਮੈਂਟਲ ਹਸਪੀਟਲ, ਇਸ ਕਰਕੇ ਉਸ ਨੂੰ ਮੈਂਟਲ ਹਸਪੀਟਲ ਦੇ ਵਿੱਚ ਦਾਖਲ ਕਰਾਉਣਾ ਪਿਆ। ਸਟੂਡੈਂਟ, ਸਾਡਾ ਲਾਸਟ ਕੁਐਸਚਨ ਹੈ ਜੀ ਕਿ ਵਾਈ ਡਿਡ ਜੇਲ ਅਥਾਰਟੀਜ਼ ਡਿਸਕੰਟੀਨਿਊ ਸਮ ਆਫ देयर ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ, ਕਿ ਕਿਉਂ ਜੇਲ੍ਹ ਦੀ ਅਥਾਰਟੀਜ਼, ਨਾ ਜੇਲ੍ਹ ਅਥਾਰਟੀਜ਼ ਦਾ ਮਤਲਬ ਹੈ ਜੀ ਉਹੀ ਜੇਲ੍ਹ ਦੇ ਅਫਸਰ, ਜਿਹਦੇ ਵਿੱਚ ਡੇਵਿਡ ਬੈਰੀ, ਸੁਪਰਡੈਂਟ ਮਰੇ, ਜਮਾਦਾਰ ਜਾਂ ਪ੍ਰਿਜ਼ਨਰ ਗਾਰਡਸ, ਇਹ ਸਾਰੇ ਸ਼ਾਮਿਲ ਸੀ। ਉਹਨਾਂ ਨੇ ਕਿਉਂ ਡਿਸਕੰਟੀਨਿਊ ਕਰਤੀ? ਡਿਸਕੰਟੀਨਿਊ ਦਾ ਮਤਲਬ ਛੱਡ ਦਿੱਤੀ। ਸਮ ਆਫ देयर ਪ੍ਰੈਕਟਿਸਿਸ, ਉਹਨਾਂ ਦੇ ਤਰੀਕੇ। ਦੇਰ ਦਾ ਮਤਲਬ ਇੱਥੇ ਇਹਨਾਂ ਅਥਾਰਟੀਜ਼ ਨੂੰ ਹੀ ਕਿਹਾ ਗਿਆ ਕਿ ਉਹਨਾਂ ਨੇ ਆਪਣੇ ਉਹ ਤੌਰ ਤਰੀਕੇ ਕਿਉਂ ਛੱਡਤੇ? ਕੁਝ, ਸਾਰੇ ਨਹੀਂ ਛੱਡੇ, ਕੁਝ ਤਰੀਕੇ ਕਿਉਂ ਛੱਡਤੇ? ਆਫ ਬੈਡ ਟ੍ਰੀਟਮੈਂਟ, ਕਿਹੜੇ ਤਰੀਕੇ? ਮਾੜੇ ਵਿਵਹਾਰ ਵਾਲੇ ਤਰੀਕੇ। ਉਹ ਮਾੜੇ ਵਿਵਹਾਰ ਕਿਹਦੇ ਨਾਲ ਕਰਦੇ ਸੀ ਜੀ? ਸਾਡੇ ਰੈਵੋਲੂਸ਼ਨਰੀਜ਼ ਦੇ ਨਾਲ, ਕ੍ਰਾਂਤੀਕਾਰੀਆਂ ਦੇ ਨਾਲ। ਤਾਂ ਕੁਐਸਚਨ ਇਹ ਹੈ ਕਿ ਗਦਰ ਪਾਰਟੀ ਦੇ ਮੈਂਬਰਸ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਨਾਲ ਜਿਹੜਾ ਮਾੜਾ ਵਿਵਹਾਰ ਜੇਲ੍ਹ ਦੀ ਅਥਾਰਟੀਜ਼ ਕਰਦੀ ਸੀ, ਜੇਲ੍ਹ ਦੇ ਅਫਸਰ ਕਰਦੇ ਸੀ, ਤਾਂ ਉਹਨਾਂ ਨੇ ਇਸ ਤਰ੍ਹਾਂ ਦੇ ਮਾੜੇ ਕੁਝ ਤੌਰ ਤਰੀਕੇ ਕਿਉਂ ਛੱਡਤੇ? ਤਾਂ ਆਨਸਰ ਹੈ ਜੀ, ਦਾ ਲੌਂਗ ਹੰਗਰ ਸਟ੍ਰਾਈਕ ਆਫ ਦਾ ਗਦਰਾਈਟਸ ਫੋਰਸ them ਟੂ ਡਿਸਕੰਟੀਨਿਊ ਸਮ ਆਫ देयर ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ, ਕਿ ਜਿਹੜੀ ਲੰਬੀ ਹੰਗਰ ਸਟ੍ਰਾਈਕ, ਲੰਬੀ ਭੁੱਖ ਹੜਤਾਲ ਸੀ ਆਫ ਗਦਰਾਈਟਸ, ਗਦਰਾਈਟਸ ਦਾ ਮਤਲਬ ਉਹੀ ਗਦਰੀ ਬਾਬਿਆਂ ਦੀ ਲੰਬੀ ਭੁੱਖ ਹੜਤਾਲ ਨੇ ਫੋਰਸਡ them, ਉਹਨਾਂ ਨੂੰ ਮਜਬੂਰ ਕਰ ਦਿੱਤਾ। ਫੋਰਸ ਦਾ ਮਤਲਬ ਮਜਬੂਰ ਕਰਨਾ। ਕਿਹਨਾਂ ਨੂੰ ਮਜਬੂਰ ਕੀਤਾ? them ਇੱਥੇ ਕਿਹਨਾਂ ਨੂੰ ਕਿਹਾ ਗਿਆ? ਅਥਾਰਟੀਜ਼ ਨੂੰ ਹੀ ਕਿਹਾ ਗਿਆ ਕਿ ਇਹਨਾਂ ਜੇਲ੍ਹ ਅਥਾਰਟੀਜ਼ ਨੂੰ, ਇਹ ਬ੍ਰਿਟਿਸ਼ ਸਰਕਾਰ ਦੇ ਅਫਸਰਾਂ ਨੂੰ ਮਜਬੂਰ ਕਰਤਾ ਕਿ ਉਹ ਛੱਡ ਦੇਣ, ਟੂ ਡਿਸਕੰਟੀਨਿਊ ਸਮ ਆਫ देयर ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ, ਕਿ ਉਹਨਾਂ ਦੀ ਬੈਡ ਟ੍ਰੀਟਮੈਂਟ ਵਾਲੇ, ਮਾੜੇ ਵਿਵਹਾਰ ਵਾਲੇ ਕੁਝ ਤੌਰ ਤਰੀਕੇ ਉਹ ਛੱਡ ਦੇਣ। ਇਸ ਗੱਲ ਲਈ ਮਜਬੂਰ ਕੀਤਾ ਜੀ। ਕਿਸ ਨੇ ਮਜਬੂਰ ਕੀਤਾ? ਗਦਰੀ ਬਾਬਿਆਂ ਦੀ ਲੰਬੀ ਹੰਗਰ ਸਟ੍ਰਾਈਕ ਨੇ। ਤਾਂ ਸਟੂਡੈਂਟਸ, ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਐਡੀ ਲੰਬੀ ਸਟ੍ਰਾਈਕ, ਹੰਗਰ ਸਟ੍ਰਾਈਕ ਅੰਡੇਮਾਨ ਦੀ ਜੇਲ੍ਹ ਦੇ ਵਿੱਚ ਕਦੇ ਨਹੀਂ ਸੀ ਹੋਈ। ਇਹ ਗਦਰੀ ਬਾਬੇ ਵੰਦੇ ਮਾਤਰਮ ਵਰਗੇ ਪੈਟਰਾਈਟਿਕ ਸੌਂਗਸ ਅਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਹੋਏ ਆਪਣੀ ਭੁੱਖ ਹੜਤਾਲ ਕਰਦੇ ਸੀ।
ਅੰਗਰੇਜ਼ ਸਰਕਾਰ ਵੱਲੋਂ ਦਿੱਤੇ ਗਏ ਤਸੀਹੇ ਵੀ ਹੱਸ-ਹੱਸ ਕੇ ਸਹਿੰਦੇ ਸੀ। ਤਾਂ ਇਹਨਾਂ ਦੇ ਬਾਰੇ ਰਾਈਟਰ ਨੇ ਬਹੁਤ ਹੀ ਵਧੀਆ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਇਹ ਗਦਰੀ ਬਾਬੇ ਸਾਡੇ ਲਿਵਿੰਗ ਮਾਰਟਰਸ ਸੀਗੇ, ਸਾਡੇ ਜਿਉਂਦੇ ਸ਼ਹੀਦ ਸੀ, ਕਿਉਂਕਿ ਮਰੇ ਨਹੀਂ ਸੀ, ਲੇਕਿਨ ਇਹਨਾਂ ਦੀ ਜ਼ਿੰਦਗੀ ਬਹੁਤ ਹੀ ਔਖੀ ਸੀ ਕਿਉਂਕਿ ਇਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਸੀ, ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਰੱਖਿਆ ਜਾਂਦਾ ਸੀ। ਤੇ ਰਾਈਟਰ ਨੇ ਤਾਂ ਚੈਪਟਰ ਦੇ ਐਂਡ ਦੇ ਵਿੱਚ ਇਹ ਵੀ ਕਿਹਾ ਹੈ ਕਿ ਇਹਨਾਂ ਲਿਵਿੰਗ ਮਾਰਟਰਸ ਨੇ ਜੋ ਤਸੀਹੇ ਚੱਲੇ ਨੇ, ਉਹ ਤਸੀਹੇ ਜੋ ਦੁੱਖ ਦੇਖੇ ਨੇ, ਉਹ ਦੁੱਖ ਅਤੇ ਤਸੀਹੇ ਕਿਤੇ ਜ਼ਿਆਦਾ ਸੀਵੀਅਰ ਸੀਗੇ, ਕਿਤੇ ਜ਼ਿਆਦਾ ਔਖੇ ਸੀਗੇ ਉਹਨਾਂ ਦੇਸ਼ ਭਗਤਾਂ ਨਾਲੋਂ ਜਿਨ੍ਹਾਂ ਨੂੰ ਕਿ ਅੰਗਰੇਜ਼ ਸਰਕਾਰ ਨੇ ਸਿੱਧਾ ਫਾਂਸੀ ਤੇ ਟੰਗਤਾ ਸੀ। ਤੇ ਚੈਪਟਰ ਦੇ ਅੰਤ ਦੇ ਵਿੱਚ ਬਾਬਾ ਸੋਹਣ ਸਿੰਘ ਪਕਨਾ ਨੇ ਇਹ ਵੀ ਕਿਹਾ ਸੀ ਕਿ ਇਹ ਲਿਵਿੰਗ ਮਾਰਟਰਸ ਇਸ ਤਰ੍ਹਾਂ ਦੇ ਤਸੀਹੇ ਉਦੋਂ ਤੱਕ ਚੱਲਦੇ ਜਾਣਗੇ ਜਦੋਂ ਤੱਕ ਭਾਰਤ ਨੂੰ ਆਜ਼ਾਦੀ ਅੰਗਰੇਜ਼ਾਂ ਤੋਂ ਨਹੀਂ ਮਿਲ ਜਾਂਦੀ। ਤਾਂ ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਮੇਰੇ ਕਰਵਾਏ ਹੋਏ ਸਾਰੇ 10 ਦੇ 10 ਸ਼ਾਰਟ ਆਨਸਰ ਟਾਈਪ ਕੁਐਸਚਨ ਸਮਝ ਆ ਗਏ ਹੋਣਗੇ। ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਆਪਣੇ ਦੁਆਰਾ ਬਣਾਏ ਗਏ ਇਸ ਚੈਪਟਰ ਦੇ ਨਾਲ ਰਿਲੇਟਿਡ ਦੋਨੇ ਵੀਡੀਓਜ਼ ਅਤੇ ਕੁਝ ਹੋਰ ਲਿੰਕਸ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ। ਫੇਰ ਮਿਲਦੇ ਹਾਂ ਜੀ, ਧੰਨਵਾਦ।